हेलो स्टूडेंट्स C++ ਅੱਜ ਆਪਾਂ ਨੈਕਸਟ ਲੈਕਚਰ ਦੇਖਾਂਗੇ that is on destructor C++ ਦੇ ਲਾਸਟ ਲੈਕਚਰ 'ਚ ਆਪਾਂ ਦੇਖਿਆ ਸੀ ਕਿ ਕੰਸਟਰਕਟਰ ਕੀ ਹੁੰਦਾ ਹੈ ਤੇ ਉਹਦੀਆਂ ਕਿਹੜੀਆਂ ਟਾਈਪਸ ਨੇ। ਸੋ ਕੰਸਟਰਕਟਰ ਕੀ ਹੁੰਦਾ ਸੀ ਕਿ ਕੰਸਟਰਕਟਰ ਇੱਕ ਸਪੈਸ਼ਲ ਮੈਂਬਰ ਫੰਕਸ਼ਨ ਹੁੰਦਾ ਸੀ, ਇੱਕ ਇੰਸਟੈਂਸ ਮੈਂਬਰ ਫੰਕਸ਼ਨ ਹੁੰਦਾ ਸੀ ਕਲਾਸ ਦਾ, ਜਿਹੜਾ ਕਿ ਆਟੋਮੈਟਿਕਲੀ ਕਾਲ ਹੁੰਦਾ ਸੀ ਜਦੋਂ ਵੀ ਉਹ ਆਪਾਂ ਉਹਦਾ ਆਬਜੈਕਟ ਕ੍ਰੀਏਟ ਕਰਦੇ ਹਾਂ। ਤੇ ਕੰਸਟਰਕਟਰ ਦਾ ਨਾਮ ਕੀ ਹੁੰਦਾ ਸੀ, ਸੇਮ ਐਜ਼ ਦੀ ਕਲਾਸ ਦੇ ਨੇਮ ਨਾਲ। ਤੇ ਉਹਦੀਆਂ ਟਾਈਪਸ ਕਿਹੜੀਆਂ ਸੀ, ਡਿਫਾਲਟ ਕੰਸਟਰਕਟਰ ਜਿਹਦੇ ਵਿੱਚ ਆਪਾਂ ਕੋਈ ਵੀ ਆਰਗੂਮੈਂਟ ਨਹੀਂ ਪਾਸ ਕਰਦੇ, ਪੈਰਾਮੀਟਰਾਈਜ਼ਡ ਕੰਸਟਰਕਟਰ ਜਿਸ 'ਚ ਆਪਾਂ ਆਰਗੂਮੈਂਟਸ ਪਾਸ ਕਰ ਸਕਦੇ ਹਾਂ, ਚਾਹੇ ਉਹ ਸਿੰਗਲ ਹੈ, ਚਾਹੇ ਡਬਲ ਹੈ, ਚਾਹੇ 3 ਆਰਗੂਮੈਂਟ ਨੇ, ਚਾਹੇ 4 ਆਰਗੂਮੈਂਟਸ ਨੇ। ਤੇ ਇੱਕ ਸੀ ਕਾਪੀ ਕੰਸਟਰਕਟਰ ਜਿਹਦੇ ਵਿੱਚ ਆਪਾਂ ਸੇਮ ਕਲਾਸ ਦਾ ਇੱਕ ਆਰਗੂਮੈਂਟ ਪਾਸ ਕਰਦੇ ਸੀ ਐਜ਼ ਏ ਰੈਫਰੈਂਸ। ਸੋ ਹੁਣ ਨੈਕਸਟ ਹੈ ਡਿਸਟਰਕਟਰ। ਡਿਸਟਰਕਟਰ ਕੀ ਹੈ? ਡਿਸਟਰਕਟਰ ਵੀ ਇੱਕ ਮੈਂਬਰ ਫੰਕਸ਼ਨ ਹੈ ਜਿੱਦਾਂ ਕਿ ਕੰਸਟਰਕਟਰ ਹੁੰਦਾ ਹੈ। ਸੋ ਦੇਖੋ डिस्ट्रक्टर इज एन इंस्टांस मैंबर फंक्शन ऑफ ए क्लास। सो डिस्ट्रक्टर भी एक इंस्टांस मैंबर फंक्शन है क्लास का। द नेम ऑफ द डिस्ट्रक्टर इज सेम एज द क्लास नेम। ਇਹਦਾ नेम भी सेम होएगा जो क्लास के नेम ਦੇ ਨਾਲ ਹੁੰਦਾ है। जो क्लास का नेम रखांगे ਉਹੀ ਆਪਾਂ ਨੂੰ डिस्ट्रक्टर वाले फंक्शन का नाम रखना पएगा, बट प्रीसीडेड बाय टाइल्ड सिंबल। सो ਇਹਦੇ ਨਾਲ ਆਪਾਂ ਇੱਕ ਸਿੰਬਲ ਵੀ ਲਗਾਵਾਂਗੇ ਜਿੱਥੋਂ ਆਪਾਂ ਨੂੰ ਪਤਾ ਲੱਗੇਗਾ ਕਿ ਇਹ डिस्ट्रक्टर है। ਜਿੱਦਾਂ ਕਿ ਦੇਖੋ ਆਪਾਂ ਨੇ ਕਲਾਸ ਲਈ ਹੈ ਨੰਬਰ। ਸੋ ਇੱਕ ਕਲਾਸ ਕ੍ਰੀਏਟ ਕੀਤੀ ਆਪਾਂ ਨੇ ਨੰਬਰ। ਤੁਸੀਂ ਇੱਥੇ ਕੋਈ ਵੇਰੀਏਬਲ ਲੈਣਾ ਲੈ ਸਕਦੇ ਹੋ, ਨਹੀਂ ਲੈਣੇ ਤਾਂ ਵੀ ਛੱਡ ਸਕਦੇ ਹੋ ਕਿਉਂਕਿ ਆਪਾਂ ਨੇ ਜਸਟ ਇੱਥੇ ਡਿਸਟਰਕਟਰ ਫੰਕਸ਼ਨ ਸ਼ੋ ਕਰਨਾ ਹੈ। ਸੋ ਆਪਾਂ ਇੱਥੇ ਵੇਰੀਏਬਲ ਨਹੀਂ ਲੈ ਰਹੇ, ਕੋਈ ਵੀ ਡਾਟਾ ਮੈਂਬਰ ਨਹੀਂ ਲੈ ਰਹੇ। ਪਬਲਿਕ ਸੈਕਸ਼ਨ ਦੇ ਵਿੱਚ ਆਪਾਂ ਫੰਕਸ਼ਨ ਬਣਾਉਣੇ ਹੁੰਦੇ ਆ। ਸੋ ਇੱਥੇ ਆਪਾਂ ਇੱਕ ਫੰਕਸ਼ਨ ਕ੍ਰੀਏਟ ਕਰਾਂਗੇ। ਕਿਹੜਾ ਫੰਕਸ਼ਨ ਹੋਏਗਾ ਉਹ? ਡਿਸਟਰਕਟਰ। ਸੋ ਡਿਸਟਰਕਟਰ ਕੀ ਹੈ? ਡਿਸਟਰਕਟਰ ਦਾ ਨਾਮ ਸੇਮ ਹੋਏਗਾ ਐਜ਼ ਏ ਕਲਾਸ ਨੇਮ। ਸੋ ਨੰਬਰ ਇੱਕ ਡਿਸਟਰਕਟਰ ਫੰਕਸ਼ਨ ਬਣਾਇਆ ਹੈ, ਬਟ ਇਹਦੇ ਨਾਲ ਹੀ ਇੱਕ ਟਿਲਡ ਸਿੰਬਲ ਵੀ ਲੱਗੇਗਾ ਜਿੱਥੋਂ ਆਪਾਂ ਨੂੰ ਪਤਾ ਲੱਗੇਗਾ ਕਿ ਇਹ ਡਿਸਟਰਕਟਰ ਹੈ। ਸੋ ਇਹ ਕੀ ਹੈ? ਇੱਕ ਡਿਸਟਰਕਟਰ ਫੰਕਸ਼ਨ ਆਪਾਂ ਨੇ ਕ੍ਰੀਏਟ ਕਰ ਲਿਆ। ਇਨ ਬਿਟਵੀਨ ਜੋ ਵੀ ਆਪਾਂ ਕੋਡਿੰਗ ਕਰਵਾਉਣੀ ਹੈ ਕਰਵਾ ਸਕਦੇ ਹਾਂ। ਸੋ ਇਹ ਕੀ ਹੈ? ਡਿਸਟਰਕਟਰ। ਸੋ ਡਿਸਟਰਕਟਰ ਦੇ ਵਿੱਚ ਕੋਈ ਵੀ ਤੁਸੀਂ ਕੋਡਿੰਗ ਜੋ ਚਾਹੋ ਕਰ ਸਕਦੇ ਹੋ ਆਪਾਂ। ਡਿਸਟਰਕਟਰ ਦੇ ਵਿੱਚ ਦੇਖੋ ਹੋਰ ਕੀ ਹੈ, ਡਿਸਟਰਕਟਰ ਹੈਜ਼ ਨੋ ਰਿਟਰਨ ਟਾਈਪ। ਸੋ ਜਿਵੇਂ ਆਪਾਂ ਕੰਸਟਰਕਟਰ ਦੇ ਵਿੱਚ ਵੀ ਕੋਈ ਰਿਟਰਨ ਟਾਈਪ ਨਹੀਂ ਲਿਖਦੇ, ਚਾਹੇ ਵੋਇਡ ਇੰਟ ਹੈ ਕੁਝ ਵੀ ਨਹੀਂ ਲਿਖਦੇ, ਉਸੇ ਤਰੀਕੇ ਨਾਲ ਡਿਸਟਰਕਟਰ ਦੇ ਵਿੱਚ ਵੀ ਆਪਾਂ ਕੋਈ ਰਿਟਰਨ ਟਾਈਪ ਨਹੀਂ ਲਿਖਦੇ। ਐਂਡ ਆਲਸੋ ਇਟ ਡਜ਼ਨਟ ਟੇਕ ਐਨੀ ਆਰਗੂਮੈਂਟ। ਤੇ ਡਿਸਟਰਕਟਰ ਦੇ ਵਿੱਚ ਇੱਕ ਚੀਜ਼ ਡਿਫਰੈਂਟ ਹੈ ਕਿ ਇਹਦੇ ਵਿੱਚ ਆਪਾਂ ਕੋਈ ਆਰਗੂਮੈਂਟ ਵੀ ਪਾਸ ਨਹੀਂ ਕਰ ਸਕਦੇ। ਕੰਸਟਰਕਟਰ ਦੇ ਵਿੱਚ ਆਪਾਂ ਆਰਗੂਮੈਂਟ ਪਾਸ ਕਰ ਸਕਦੇ ਸੀ, ਬਟ ਡਿਸਟਰਕਟਰ ਦੇ ਵਿੱਚ ਕਦੇ ਵੀ ਕੋਈ ਆਰਗੂਮੈਂਟ ਪਾਸ ਨਹੀਂ ਹੁੰਦੇ। ਸੋ ਇਸ ਕਰਕੇ ਡਿਸਟਰਕਟਰ ਦੀ ਸਿਰਫ ਇੱਕੋ ਹੀ ਟਾਈਪ ਹੈ ਜਿਹਦੇ ਵਿੱਚ ਕੋਈ ਵੀ ਆਰਗੂਮੈਂਟ ਪਾਸ ਨਹੀਂ ਹੋਏਗਾ। ਇਸੇ ਕਰਕੇ ਡਿਸਟਰਕਟਰ ਨੂੰ ਆਪਾਂ ਓਵਰਲੋਡ ਵੀ ਨਹੀਂ ਕਰ ਸਕਦੇ। ਸੋ ਇਹ ਚੀਜ਼ ਇੰਪੋਰਟੈਂਟ ਹੈ ਕਿ ਡਿਸਟਰਕਟਰ ਦੇ ਵਿੱਚ ਨਾ ਤਾਂ ਕੋਈ ਰਿਟਰਨ ਟਾਈਪ ਹੁੰਦੀ ਹੈ ਤੇ ਨਾ ਹੀ ਕੋਈ ਆਪਾਂ ਆਰਗੂਮੈਂਟ ਪਾਸ ਕਰਦੇ ਹਾਂ। ਸੋ ਡਿਸਟਰਕਟਰ ਹੈਜ਼ ਨੋ ਰਿਟਰਨ ਟਾਈਪ ਐਂਡ ਆਲਸੋ ਇਟ ਡਜ਼ਨਟ ਟੇਕ ਐਨੀ ਆਰਗੂਮੈਂਟਸ। ਸੋ ਇਟ ਕੈਨ ਨੋਟ ਬੀ ਸਟੈਟਿਕ। ਡਿਸਟਰਕਟਰ ਫੰਕਸ਼ਨ ਹੈ ਜਿਹੜਾ ਉਹ ਸਟੈਟਿਕ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਕਿਸੇ ਕਲਾਸ ਨੂੰ ਨਹੀਂ ਬਿਲੋਂਗ ਕਰਦਾ, ਇਹ ਇੱਕ ਪਾਰਟਿਕੂਲਰ ਆਬਜੈਕਟ ਨੂੰ ਬਿਲੋਂਗ ਕਰਦਾ ਡਿਸਟਰਕਟਰ ਫੰਕਸ਼ਨ। ਤੇ ਹੁਣ ਇਹ ਮੇਨ ਥਿੰਗ ਇਹ ਹੈ ਕਿ ਡਿਸਟਰਕਟਰ ਕੰਮ ਕੀ ਕਰਦਾ ਹੈ। ਡਿਸਟਰਕਟਰ ਫੰਕਸ਼ਨ ਹੈ ਜਿਹੜਾ ਉਹ ਆਟੋਮੈਟਿਕਲੀ ਕਾਲ ਹੁੰਦਾ ਹੈ ਜਦੋਂ ਵੀ ਇੱਕ ਆਬਜੈਕਟ ਡਿਸਟਰੋਏ ਹੁੰਦਾ ਹੈ। ਸੋ ਆਪਾਂ ਨੇ ਕੰਸਟਰਕਟਰ ਦੇ ਵਿੱਚ ਦੇਖਿਆ ਸੀ ਜਦੋਂ ਆਬਜੈਕਟ ਕ੍ਰੀਏਟ ਹੁੰਦਾ ਹੈ, ਜਦੋਂ ਆਬਜੈਕਟ ਦੀ ਲਾਈਫ ਸਟਾਰਟ ਹੁੰਦੀ ਹੈ, ਜਦੋਂ ਵੀ ਇੱਕ ਆਬਜੈਕਟ ਕ੍ਰੀਏਟ ਹੁੰਦਾ ਉਸ ਟਾਈਮ ਤੇ ਕੰਸਟਰਕਟਰ ਫੰਕਸ਼ਨ ਆਟੋਮੈਟਿਕਲੀ ਕਾਲ ਹੋ ਜਾਂਦਾ ਹੈ। ਤੇ ਜਦੋਂ ਆਬਜੈਕਟ ਖਤਮ ਹੁੰਦਾ ਹੈ, ਜਦੋਂ ਆਬਜੈਕਟ ਡਿਸਟਰੋਏ ਹੋਏਗਾ, ਜਦੋਂ ਉਹਦੀ ਮੈਮਰੀ ਡੀਐਲੋਕੇਟ ਹੋਏਗੀ, ਉਸ ਟਾਈਮ ਤੇ ਡਿਸਟਰਕਟਰ ਫੰਕਸ਼ਨ ਆਟੋਮੈਟਿਕਲੀ ਕਾਲ ਹੋਏਗਾ। ਸਪੋਜ਼ ਆਪਾਂ ਇੱਥੇ ਇੱਕ ਸਟੇਟਮੈਂਟ ਲਿਖਦੇ ਹਾਂ ਕਾਊਟ डिस्ट्रक्टर। ने एक स्टेटमेंट लिखी है काउट डिस्ट्रक्टर ਜਿਹਦੇ ਵਿੱਚ ਆਪਾਂ ਸਿੰਪਲ ਡਿਸਟਰਕਟਰ ਪ੍ਰਿੰਟ ਕਰਵਾਇਆ। ਸੋ ਆਪਾਂ ਦੇਖਾਂਗੇ ਕਿ ਇਹ ਕਿਵੇਂ ਕੰਮ ਕਰ ਰਹੇ ਹੈ। ਆਪਾਂ void ਮੇਨ ਫੰਕਸ਼ਨ ਲਿਆ, ਮੇਨ ਫੰਕਸ਼ਨ ਦੇ ਵਿੱਚ ਕਲੀਅਰ ਸਕਰੀਨ ਲਗਾ ਲਿਆ ਹੈ। ਉਸ ਤੋਂ ਬਾਅਦ ਆਪਾਂ ਇੱਕ ਸਪੋਜ਼ ਕਰੋ ਫੰਕਸ਼ਨ ਕਾਲ ਕਰ ਰਹੇ ਹਾਂ, then get ch फंक्शन जो कॉल किया है वह भी अपन बनाना पेगा void फंक्शन। हुण ये फंक्शन दे विच मैं की कर रहा, दो ऑब्जेक्ट क्रिएट करदा मैं नंबर दे, नंबर n1 एंड n2। सो दो ऑब्जेक्ट क्रिएट होए थे। सो देखो मेन फंक्शन स्टार्ट होएगा। मेन फंक्शन दे विच की है, पहला क्लीयर स्क्रीन क्लीयर हो जाएगी, दैन फंक्शन कॉल होएगा। फंक्शन जो कॉल होया उस टाइम ते दो ऑब्जेक्ट क्रिएट होणगे n1 एंड n2।
ਦੋ ਆਬਜੈਕਟ ਕ੍ਰੀਏਟ ਹੋਏ। ਹੁਣ ਇੱਥੇ ਆਪਾਂ ਨੇ ਕੋਈ ਵੀ ਕੰਸਟਰਕਟਰ ਫੰਕਸ਼ਨ ਨਹੀਂ ਬਣਾਇਆ। ਅਗਰ ਕੰਸਟਰਕਟਰ ਬਣਾਇਆ ਹੁੰਦਾ ਤਾਂ ਉਹ ਕੰਸਟਰਕਟਰ ਕੋਲ ਹੋ ਜਾਂਦਾ, ਪਹਿਲਾਂ n1 ਵਾਸਤੇ ਦੈਨ n2 ਵਾਸਤੇ। ਤੁਸੀਂ ਆਪਣੇ ਪ੍ਰੋਗਰਾਮ 'ਚ ਐਡ ਕਰ ਸਕਦੇ ਹੋ ਇੱਥੇ ਇੱਕ ਕੰਸਟਰਕਟਰ ਫੰਕਸ਼ਨ ਲੈ ਕੇ ਉਹਦੇ 'ਚ ਸਿੰਪਲੀ ਪ੍ਰਿੰਟ ਕਰਵਾ ਸਕਦੇ ਹੋ ਕੰਸਟਰਕਟਰ। ਤਾਂ ਇੱਥੇ ਕੀ ਪ੍ਰਿੰਟ ਹੋਏਗਾ, ਕੰਸਟਰਕਟਰ ਐਂਡ ਕੰਸਟਰਕਟਰ ਦੋ ਵਾਰੀ ਪ੍ਰਿੰਟ ਹੋਏਗਾ। ਹੁਣ ਉਸ ਤੋਂ ਬਾਅਦ ਕੀ ਆ, ਆਬਜੈਕਟ ਕ੍ਰੀਏਟ ਹੋ ਗਏ, ਹੋਰ ਆਪਾਂ ਇਹਦੇ ਵਿੱਚ ਕੁਝ ਵੀ ਨਹੀਂ ਕਰਵਾ ਰਹੇ। ਦੈਨ ਫੰਕਸ਼ਨ ਜਦੋਂ ਇੱਥੇ ਕਲੋਜ਼ ਹੋ ਰਿਹਾ, ਦੇਖੋ ਜਿਹੜਾ n1 ਤੇ n2 ਆਪਾਂ ਬਣਾ ਰਹੇ ਹਾਂ ਆਬਜੈਕਟ, n1 ਤੇ n2 ਆਬਜੈਕਟ ਬਣਾਏ ਉਹ ਕਦੋਂ ਬਣ ਰਹੇ ਨੇ, ਜਦੋਂ ਆਪਾਂ ਫੰਕਸ਼ਨ ਨੂੰ ਕਾਲ ਕੀਤਾ। ਤੇ ਜਦੋਂ ਫੰਕਸ਼ਨ ਕਲੋਜ਼ ਹੋ ਰਿਹਾ, ਉਰੇ ਫੰਕਸ਼ਨ ਖਤਮ ਹੋ ਗਿਆ, ਇਸ ਪੁਆਇੰਟ ਤੇ ਕੀ ਹੋ ਰਿਹਾ, ਆਬਜੈਕਟ ਡਿਸਟਰੋਏ ਹੋ ਰਿਹਾ। ਸੋ ਇਸ ਪੁਆਇੰਟ ਤੇ ਆਪਣਾ ਆਬਜੈਕਟ ਡਿਸਟਰੋਏ ਹੋ ਰਿਹਾ ਜਦੋਂ ਆਪਣਾ ਫੰਕਸ਼ਨ ਖਤਮ ਹੋ ਗਿਆ। ਉਸ ਤੋਂ ਬਾਅਦ ਦੁਬਾਰਾ ਆਪਾਂ ਕਿੱਥੇ ਆ ਗਏ, ਨੈਕਸਟ ਸਟੇਟਮੈਂਟ ਤੇ getch ਤੇ ਇੱਥੇ ਕੀ ਹੋ ਰਿਹਾ, ਆਬਜੈਕਟ ਡਿਸਟਰੋਏ ਹੋ ਰਿਹਾ। ਸੋ ਡਿਸਟਰਕਟਰ ਦੀ ਡੈਫੀਨੇਸ਼ਨ ਕੀ ਕਹਿੰਦੀ ਹੈ ਕਿ ਜਦੋਂ ਆਬਜੈਕਟ ਡਿਸਟਰੋਏ ਹੋ ਰਿਹਾ ਹੈ ਉਸ ਟਾਈਮ ਤੇ ਡਿਸਟਰਕਟਰ ਫੰਕਸ਼ਨ ਆਟੋਮੈਟਿਕਲੀ ਕਾਲ ਹੁੰਦਾ ਹੈ। ਸੋ ਜਦੋਂ ਆਬਜੈਕਟ ਇੱਥੋਂ ਆਪਾਂ ਵਾਪਸ ਆਵਾਂਗੇ getch ਕੋਲ ਫੰਕਸ਼ਨ ਸਟੇਟਮੈਂਟ ਤੇ ਜਦੋਂ ਵਾਪਸ ਆਵਾਂਗੇ ਤਾਂ ਉਸ ਟਾਈਮ ਤੇ ਡਿਸਟਰਕਟਰ ਫੰਕਸ਼ਨ ਕਾਲ ਹੋਏਗਾ ਤੇ ਇੱਥੇ ਕੀ ਪ੍ਰਿੰਟ ਹੋ ਰਿਹਾ ਹੈ, ਡਿਸਟਰਕਟਰ। ਸੋ ਪਹਿਲਾਂ ਇੱਥੇ n2 ਡਿਸਟਰੋਏ ਹੋਏਗਾ, ਫਿਰ n1 ਡਿਸਟਰੋਏ ਹੋਏਗਾ। ਇਹ ਹਮੇਸ਼ਾ ਰਿਵਰਸ ਆਰਡਰ 'ਚ ਹੁੰਦਾ ਹੈ, ਜਿਹੜੇ ਆਰਡਰ 'ਚ ਕ੍ਰੀਏਟ ਕੀਤੇ ਨੇ ਉਸ ਤੋਂ ਰਿਵਰਸ ਆਰਡਰ ਦੇ ਵਿੱਚ ਡਿਸਟਰੋਏ ਹੋਣਗੇ। ਸੋ ਪਹਿਲਾਂ n2 ਡਿਸਟਰੋਏ ਹੋ ਰਿਹਾ, ਉਹਦਾ ਡਿਸਟਰਕਟਰ ਫੰਕਸ਼ਨ ਚੱਲਿਆ ਤੇ ਉਹਨੇ ਕੀ ਪ੍ਰਿੰਟ ਕਰਾਇਆ, ਡਿਸਟਰਕਟਰ। ਦੈਨ n1 ਡਿਸਟਰੋਏ ਹੋ ਰਿਹਾ ਤੇ ਉਹਦੇ ਲਈ ਡਿਸਟਰਕਟਰ ਫੰਕਸ਼ਨ ਚੱਲਿਆ ਤੇ ਉਹਨੇ ਕੀ ਪ੍ਰਿੰਟ ਕਰਾਇਆ, ਡਿਸਟਰਕਟਰ। ਸੋ ਇਸ ਕਰਕੇ ਆਪਣੇ ਕੋਲ ਇੱਥੇ ਦੋ ਵਾਰੀ ਡਿਸਟਰਕਟਰ ਫੰਕਸ਼ਨ ਕਾਲ ਹੋ ਰਿਹਾ। ਦੈਨ getch ਐਂਡ ਪ੍ਰੋਗਰਾਮ ਆਪਣਾ ਕਲੋਜ਼। ਸੋ ਕੰਸਟਰਕਟਰ ਕੀ ਹੈ, ਕੰਸਟਰਕਟਰ ਤਾਂ ਹੁੰਦਾ ਸੀ ਜਦੋਂ ਆਬਜੈਕਟ ਕ੍ਰੀਏਟ ਹੋ ਰਿਹਾ ਹੈ ਉਸ ਟਾਈਮ ਤੇ ਕੰਸਟਰਕਟਰ ਕਾਲ ਹੁੰਦਾ ਹੈ। ਬਟ ਡਿਸਟਰਕਟਰ ਕੀ ਹੈ, ਜਦੋਂ ਆਬਜੈਕਟ ਡਿਸਟਰੋਏ ਹੋ ਰਿਹਾ ਹੈ। ਸੋ ਡਿਸਟਰੋਏ ਜਿਸ ਪੁਆਇੰਟ ਤੇ ਹੋ ਰਿਹਾ ਹੈ ਉਸ ਪੁਆਇੰਟ ਤੇ ਡਿਸਟਰਕਟਰ ਫੰਕਸ਼ਨ ਕਾਲ ਹੋਏਗਾ ਤੇ ਉਹ ਹਰੇਕ ਆਬਜੈਕਟ ਵਾਸਤੇ ਕਾਲ ਹੋਏਗਾ ਜਿੰਨੇ ਵੀ ਆਬਜੈਕਟ ਆਪਾਂ ਕ੍ਰੀਏਟ ਕੀਤੇ ਹੈ। ਸੋ ਦੋ ਵਾਰੀ ਆਪਣਾ ਆਬਜੈਕਟ ਦੋ ਨੇ, ਦੋ ਵਾਰੀ ਡਿਸਟਰਕਟਰ ਫੰਕਸ਼ਨ ਕਾਲ ਹੋਏਗਾ, ਦੋ ਵਾਰੀ ਡਿਸਟਰਕਟਰ ਪ੍ਰਿੰਟ ਹੋਏਗਾ। ਥੈਂਕ ਯੂ।